मैडम तो कराओ। हाँ नहीं तू चल रहा थी पहले तुम बोलो हाँ। कंप्लीट। हाँ तो दो बोलो। शेयर कर दे मतलब शेयर तो कर दे मैं भी ग्रुप 5 छुट्टी शेयर कर दे भाई आया नहीं जी खड़े से सारी कर नहीं जाते लिंक ठीक है मैं सारी कर दूँ किन्ने जोड़े ने कर दे एक जोड़ दो। मैं करदा सेट मैं करदा सेट सारा लगे हाँ करेंगे फोकस मड़ा जा मेरे को ना मैं देना भाई नु टाइम हाँ जी साथियों माफ़ी चाहुंदे आ जी थोड़ी टैक्नीकल प्रॉब्लम होने करके है जिहड़ा ਉਹ ਜਿਹੜਾ ਸੰਪਰਕ ਸੀਗਾ ਉਹ ਟੁੱਟ ਗਿਆ ਸੀ ਤੁਹਾਡੇ ਨਾਲ ਤੇ ਸਾਰਿਆਂ ਨੂੰ ਬੇਨਤੀ ਹੈ ਵੀਰੇ ਇੱਕ ਵਾਰੀ ਫਿਰ ਤੋਂ ਲਿੰਕ ਨੂੰ ਜਿਹੜਾ ਹੈਗਾ ਉਹ ਸ਼ੇਅਰ ਕਰ ਲਓ ਤਾਂ ਜੋ ਜਿਹੜੀ ਆਪਣੀ ਗੱਲਬਾਤ ਆ ਉਹ ਪੂਰੀ ਹੋ ਸਕੇ ਤੇ ਸਾਰੇ ਕੇਡਰ ਨੂੰ ਇਹਦੀ ਜਿਹੜੀ ਹੈਗੀ ਇਸ ਵਿਸ਼ੇ ਨੂੰ ਲੈ ਕੇ ਉਸ ਤੋਂ ਬਾਅਦ ਹੈ ਜਿਹੜਾ ਇਸ ਵਿਸ਼ੇ ਤੋਂ ਬਾਅਦ ਜਿਹੜੀ ਪ੍ਰਧਾਨ ਜੀ ਨਾਲ ਗੱਲ ਕੀਤੀ ਗਈ ਤੇ ਪ੍ਰਧਾਨ ਜੀ ਤੋਂ ਬਕਾਇਦਾ ਇਸ ਜਿਹੜਾ ਲੈਬ ਸੈਸ਼ਨ ਆ ਉਹਦੀ ਪਰਮਿਸ਼ਨ ਲੈਤੀ ਗਈ ਸੀਗੀ ਸੋ ਸਾਥੀਓ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀਰੇ ਇੱਕ ਵਾਰੀ ਫਿਰ ਤੋਂ ਲਿੰਕ ਦੁਬਾਰਾ ਸ਼ੇਅਰ ਕਰ ਦਿਓ ਵੀਰੇ ਪਲੀਜ਼ ਲਿੰਕ ਇੱਕ ਵਾਰੀ ਫਿਰ ਤੋਂ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਸਾਥੀਆਂ ਤੱਕ ਆਪਣੀ ਗੱਲਬਾਤ ਪਹੁੰਚ ਸਕੇ ਦੇਖੋ 200 250 ਸਾਥੀ ਆਪਾਂ ਨੂੰ ਲਾਈਵ ਸੈਸ਼ਨ ਤੇ ਸੁਣ ਰਿਹਾ ਸੀਗਾ ਤੇ ਸੰਪਰਕ ਪ੍ਰੋਬਲਮ ਹੋਣ ਕਰਕੇ ਜਿਹੜੀ ਹੈਗੀ ਉਹ ਅਸੀਂ ਮਾਫੀ ਚਾਹੁੰਦੇ ਹਾਂਗੇ ਸਾਥੀਆਂ ਤੋਂ ਵੀ ਜੋ ਜਿਹੜਾ ਸਾਡਾ ਸੰਪਰਕ ਸੀ ਉਹ ਨੈਟਵਰਕ ਦੀ ਪ੍ਰੋਬਲਮ ਕਰਕੇ ਤੁਹਾਡੇ ਨਾਲ ਟੁੱਟਿਆ ਤੇ ਸਾਰਿਆਂ ਨੂੰ ਰਿਕੁਐਸਟ ਆ ਵੀਰੇ ਲਿੰਕ ਹੈ ਜਿਹੜਾ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਸੁਰਿੰਦਰਪਾਲ ਭਾਜੀ ਨੇ ਤੁਹਾਡਾ ਕੋਈ ਵੀ ਗੱਲਬਾਤ ਆ ਅਸੀਂ ਉਹਦਾ ਜਵਾਬ ਦੇਵਾਂਗੇ ਬਟ ਕੋਈ ਵੀ ਹੈ ਨਾ ਨੈਗੇਟਿਵਿਟੀ ਫੈਲਾਉਣ ਵਾਲੀ ਗੱਲ ਨਹੀਂ ਕਰਨੀ ਵੀ ਅਸੀਂ ਜਾਂ ਯੂਨੀਅਨ ਦੇ ਵਿੱਚ ਪਾੜ ਪਾ ਰਹੇ ਜਾਂ ਕੋਈ ਐਸੀ ਗੱਲਬਾਤ ਐਸੀ ਸਾਡੀ ਕੋਈ ਜਿਹੜੀ ਮਨਸ਼ਾ ਨਹੀਂ ਹੈਗੀ ਅਸੀਂ ਸਿਰਫ ਆਪਦੇ ਜਿਹੜੇ ਸਮਾਜ ਦੇ ਕੇਡਰ ਆਗਾ ਜਿਹੜਾ ਜਿਨ੍ਹਾਂ ਦਾ ਇੱਕ ਰਾਈਟ ਬਣਦਾ ਦਵਾਂਗੇ ਉਹਨੂੰ ਆਪਣੀ ਝੋਲੀ 'ਚ ਲਵਾਂਗੇ ਨਾ ਦੇਖੋ ਅਸੀਂ ਉਸ ਸੰਘਰਸ਼ ਟੈਂਕੀ ਤੇ ਬੈਠ ਕੇ ਲੜਿਆ ਜਿਹੜੇ ਸਾਥੀਆਂ ਨੇ ਥੱਲੇ ਲੜਿਆ ਡਾਂਗਾ ਖਾਧੀਆਂ ਨਹਿਰਾਂ 'ਚ ਛਾਲਾਂ ਮਾਰੀਆਂ ਆਪਾਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਕੋਈ ਵੀ ਜੰਗ ਇੱਕ ਇਕੱਲਾ ਬੰਦਾ ਨਹੀਂ ਜਿੱਤ ਸਕਦਾ ਜੇ ਆਪਾਂ ਕਹੀਏ 68-35 ਜਾਂ 23-64 ਜਾਂ ਜਿਹੜੇ ਸੰਘਰਸ਼ ਹੁਣ ਤੱਕ ਈਟੀਟੀ ਦੇ ਇਤਿਹਾਸ ਬੋਲਦਾਗਾ ਜਿਹੜੇ ਸੰਘਰਸ਼ ਜਿੱਤੇ ਗਏ ਨੇ ਸਾਰਿਆਂ ਦੇ ਏਕੇ ਨਾਲ ਜਿੱਤੇ ਗਏ ਨੇ ਤਾਂ ਅਸੀਂ ਡਿਵਾਈਡ ਐਂਡ ਰੂਲ ਵਾਲੀ ਨੀਤੀ ਨੂੰ ਅਸੀਂ ਇਗਨੋਰ ਕਰਦੇ ਹਾਂ ਔਰ ਅਸੀਂ ਉਹਨੂੰ ਪਸੰਦ ਵੀ ਨਹੀਂ ਕਰਦੇ ਸੋ ਜਿਹੜੇ ਸਾਥੀ ਇਹ ਚੀਜ਼ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਰਿਕੁਐਸਟ ਆ ਵੀ ਇਹੋ ਜੀ ਤੁਸੀਂ ਮਨਸਾ ਦੇ ਵਿੱਚ ਨਾ ਅਸੀਂ ਤੁਹਾਨੂੰ ਕਾਮਯਾਬ ਹੋਣ ਦਈਏ ਤੇ ਨਾ ਹੀ ਅਸੀਂ ਇਹੋ ਜਿਹਾ ਕੁਝ ਕਰੀਏ ਸਾਡੀ ਸਿੱਧੀ ਸਪਸ਼ਟ ਗੱਲ ਆ ਵੀ ਅਸੀਂ 2364 ਪੋਸਟਾਂ ਲਈ ਲੜ ਰਹੇ ਹਾਂ ਉਸ ਤੋਂ ਬਾਅਦ ਅਸੀਂ ਆ ਗਏ ਉਹਦੇ ਨਾਲ ਇਹ ਨਹੀਂ ਹੈਗਾ ਤੁਸੀਂ ਕਿਸੇ ਦੀ ਇੰਟੈਲੀਜੈਂਸੀ ਨੂੰ ਆਪਾਂ ਉਹ ਨਹੀਂ ਕਰ ਸਕਦੇ ਜੱਜ ਨਹੀਂ ਕਰ ਸਕਦੇ ਕਈ ਵਾਰ ਕਿਸੇ ਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ ਹੁਣ ਜੇ ਅਸੀਂ ਗੱਲ ਕਰੀਏ ਵੀ ਹਰਜੀਤ ਬਾਈ 70 ਦਿਨ ਟਾਵਰ ਤੇ ਲਾ ਕੇ ਆਇਆ ਕੋਈ 7 ਘੰਟੇ ਨਹੀਂ ਲਾ ਸਕਦਾ ਅਸੀਂ ਉਹਦੇ ਸੰਘਰਸ਼ ਨੂੰ ਇਗਨੋਰ ਥੋੜੀ ਕਰ ਸਕਦੇ ਆਂਗੇ ਸੋ ਜਿਹੜੇ ਸਾਥੀ ਮਨੋਜ ਬਾਈ ਠੀਕ ਆ ਜਿਨ੍ਹਾਂ ਨੇ ਪੂਰੇ ਪੋਹ ਦੇ ਵਿੱਚ 12 ਦਿਨ ਟੈਂਕੀ ਤੇ ਲਾਏ ਪਟਿਆਲੇ ਉਹ ਕੋਈ ਛੋਟਾ ਸੰਘਰਸ਼ ਥੋੜੀ ਸੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਠੰਡ ਸੀਗੀ ਔਰ ਬਹੁਤ ਮੌਸਮ ਖਰਾਬ ਸੀ ਉਹ ਸਾਥੀਆਂ ਨੇ ਵੀ ਸੰਘਰਸ਼ ਲੜਿਆ ਤਾਂ ਸੰਘਰਸ਼ ਦੇ ਵਿੱਚ ਹਰ ਇੱਕ ਸਾਥੀ ਦੀ ਦੇਣਾ ਕੋਈ ਇਕੱਲਾ ਸਾਥੀ ਵੱਡਾ ਨਹੀਂ ਹੁੰਦਾ ਸੋ ਸਾਥੀਓ ਇਹ ਚੀਜ਼ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਫੈਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਲਿੰਕ ਪਲੀਜ਼ ਇੱਕ ਵਾਰੀ ਰਿਕੁਐਸਟ ਆ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਪਲੀਜ਼ ਲਿੰਕ ਆ ਜਿਹੜਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 70 ਸਾਥੀ ਦੇਖ ਰਹੇ ਨੇ ਕਿ 200 ਦੇ ਲਵੇ ਆਪਾਂ ਨੂੰ ਸਾਥੀ ਲਾਈਵ ਸੈਸ਼ਨ ਦੇਖ ਰਹੇ ਸੀ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਵੀਰੇ ਲਿੰਕ ਇੱਕ ਵਾਰ ਫਿਰ ਤੋਂ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਸੁਰਿੰਦਰਪਾਲ ਵੀਰ ਜੀ ਦੇ ਵਿਚਾਰ ਨੇ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾ ਸਕਣ ਤੇ ਹੁਣ ਮੈਂ ਰਿਕੁਐਸਟ ਕਰੂੰਗਾ ਵੀ ਮੈਡਮ ਅੰਜਲੀ ਜੀ ਨੂੰ ਹੁਸ਼ਿਆਰਪੁਰ ਤੋਂ ਜਿਹੜੇ ਉਹ ਤੁਹਾਡੇ ਨਾਲ ਪਠਾਨਕੋਟ ਤੋਂ ਸੌਰੀ ਉਹ ਤੁਹਾਡੇ ਨਾਲ ਜਿਹੜੇ ਹੈਗੇ ਆਪਣੇ ਵਿਚਾਰ ਸਾਂਝੇ ਕਰਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲੇ ਤੇ 6835 ਸਿਲੈਕਟਡ ਉਹਨਾਂ ਨੂੰ ਬਹੁਤ ਮੁਬਾਰਕਾਂ ਵਾਹਿਗੁਰੂ ਕਰੇ ਕਿ ਤੁਸੀਂ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਹੋਵੋ
ਦੂਜੇ ਨੰਬਰ ਤੇ ਜੋ ਬੱਚੇ ਲੋ ਮੈਰਿਟ ਵਾਲੇ ਤੁਸੀਂ ਬੋਲ ਰਹੇ ਹੋ ਜਾਂ ਰਹਿ ਗਏ ਨੇ ਥੋੜੇ ਨੰਬਰਾਂ ਤੋਂ 1-2 ਨੰਬਰਾਂ ਤੋਂ ਜਾਂ ਕਿਸੇ ਕਾਰਨ ਕਰਕੇ ਨੰਬਰ ਘੱਟ ਆਏ ਆ 66-35 ਭਰਤੀ ਵਿੱਚ ਸਿਲੈਕਟ ਨਹੀਂ ਹੋ ਪਾਏ ਹੈ ਕਿ ਸਭ ਸਾਥੀ ਜ਼ਰੂਰ ਧੰਨਵਾਦ। ਤੇ ਹੁਣ ਸਾਰੇ ਸਾਥੀ 80 100 ਦੇ ਲਵੇ ਸਾਥੀ 88 ਦੇ ਲਵੇ ਪਹੁੰਚ ਗਏ ਤਾਂ ਜਲਦੀ ਵੀਰੇ ਪਲੀਜ਼ ਇੱਕ ਵਾਰ ਫਿਰ ਰਿਕੁਐਸਟ ਹੈ ਜਿਹੜਾ ਲਿੰਕ ਆ ਉਹਨੂੰ ਫਿਰ ਤੋਂ ਸ਼ੇਅਰ ਕਰ ਦਿਓ। ਜਿਹੜੀ ਗੱਲਬਾਤ ਆਪਣੀ ਚੱਲ ਰਹੀ ਹੈਗੀ ਉਹਨੂੰ ਆਪਾਂ ਕੰਟੀਨਿਊ ਰੱਖੀਏ। ਮੈਂ ਰਿਕੁਐਸਟ ਕਰੂੰਗਾ ਸੁਰਿੰਦਰਪਾਲ ਬਾਈ ਨੂੰ। ਤਾਂ ਕੁਝ ਨੂੰ ਲੱਗਦਾ ਹੈ ਕਿ ਯੂਨੀਅਨ ਭਰਤੀਆਂ ਪੂਰੀਆਂ ਨਹੀਂ ਕਰਾ ਰਹੀ। ਸਾਥੀਓ, ਜਥੇਬੰਦੀਆਂ ਦੇ ਵਿੱਚ ਕੋਈ ਕਸੂਰ ਨਹੀਂ ਹੈ। ਜੇ ਕਸੂਰਵਾਰ ਹੈ ਤਾਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਜਾਂ ਭਗਵੰਤ ਮਾਨ ਦੀ ਜਿਹੜੀ ਪੰਜਾਬ ਸਰਕਾਰ ਹੈ ਇਹ ਜ਼ਿੰਮੇਵਾਰ ਹੈਗੀ ਹੈ। ਤੋਂ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਜਦੋਂ ਮੈਂ ਟਾਵਰ ਤੇ ਬੈਠਾ ਸੀ ਇਹੋ ਹੀ ਸਾਡੇ ਸੀਐਮ ਭਗਵੰਤ ਮਾਨ ਜੀ ਸੀਗੇ ਜਿਨ੍ਹਾਂ ਨੇ ਟਾਵਰ ਤੇ ਮੈਨੂੰ ਇੱਕ ਫੋਨ ਕਾਲ ਦੇ ਰਾਹੀਂ ਗੱਲਬਾਤ ਕਰਕੇ ਤਾਂ ਮੈਨੂੰ ਟਾਵਰ ਤੋਂ ਹੇਠਾਂ ਉਤਾਰਨ ਦੀ ਜਿਹੜੀ ਅਪੀਲ ਕੀਤੀ ਸੀ, ਬੇਨਤੀ ਕੀਤੀ ਸੀ। ਤੁਹਾਨੂੰ ਟਾਵਰਾਂ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਅਸੀਂ ਤੁਹਾਨੂੰ ਟਾਵਰਾਂ ਤੇ ਨਹੀਂ ਚੜ੍ਹਨ ਦੇਣਾ, ਅਸੀਂ ਤੁਹਾਨੂੰ ਸਕੂਲਾਂ 'ਚ ਭੇਜਾਂਗੇ। ਸੋ ਭਗਵੰਤ ਮਾਨ ਜੀ ਤੱਕ ਮੈਂ CID ਨੂੰ ਏਜੰਸੀਆਂ ਨੂੰ ਇਹ ਬੇਨਤੀ ਕਰਦਾ ਕਿ ਮੇਰੀ ਉਹਨਾਂ ਤੱਕ ਜਿਹੜੀ ਮੈਸੇਜ ਆ ਜਿਹੜਾ ਵੀਡੀਓ ਦੇ ਰਾਹੀਂ ਇਹ ਪੁੱਜਦਾ ਕਰ ਦਿਓ। ਆਪਣੇ ਕਿ ਭਗਵੰਤ ਮਾਨ ਜੀ ਤੁਸੀਂ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਨਾ ਆਉਣ ਕਰਕੇ ਉਹ ਜਿਹੜੇ ਆ ਭਰਤੀ ਦੇ ਵਿੱਚ ਉਹ ਨਹੀਂ ਲੱਗ ਸਕਦੇ ਤੇ ਬਾਅਦ ਵਿੱਚ ਜਦੋਂ ਭਰਤੀ ਆਉਂਦੇ ਆ ਉਸ ਵੇਲੇ ਓਵਰੇਜ ਹੋ ਚੁੱਕੇ ਹੁੰਦੇ ਆ ਕਿਉਂਕਿ ਸਰਕਾਰ ਨੌਕਰੀ ਦਿੰਦੀ ਨਹੀਂ ਤਾਂ ਜਿਹੜਾ ਕੈਂਡੀਡੇਟ ਆ ਉਹ ਨੌਕਰੀ ਦੀ ਜਿਹੜੀ ਵੇਟ ਕਰਦਾ ਓਵਰੇਜ ਹੋ ਜਾਂਦਾ। ਤਾਂ ਭਗਵੰਤ ਮਾਨ ਜੀ ਮੇਰੀ ਤੁਹਾਨੂੰ ਬੇਨਤੀ ਆ ਕਿ ਉਹਨਾਂ ਸਾਥੀਆਂ ਨੂੰ ਟਾਈਮ ਚਾਂਸ ਆ ਜਿਹੜਾ ਓਵਰੇਜ ਦਾ ਜਿਹੜਾ 99 ਦੇ ਵਿੱਚ ਦਿੱਤਾ ਜਾਵੇ ਔਰ ਜਿਹੜਾ ਇਹਦਾ ਪੋਰਟਲ ਆ ਉਹ ਜਲਦੀ ਤੋਂ ਜਲਦੀ ਓਪਨ ਕਰਵਾਇਆ ਜਾਵੇ ਔਰ ਜਿਹੜੀ 99 ਦੀ ਜਿਹੜੀ ਸਕਰੂਟਨੀ ਹੋ ਚੁੱਕੀ ਆ ਔਰ ਉਹਦੀ ਸੈਕੰਡ ਔਰ ਥਰਡ ਲਿਸਟ ਜੋ ਵੀ ਬਣਦੀ ਆ ਸੋ ਡਿਪਾਰਟਮੈਂਟ ਨੂੰ ਜਿਹੜੀਆਂ ਇੰਸਟਰਕਸ਼ਨ ਜਿਹੜੀਆਂ ਉਹ ਸਖਤ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਜਿਹੜਾ ਉਹ ਪੂਰਾ ਕੀਤਾ ਜਾਵੇ। ਤਾਂ ਜੇਕਰ ਭਗਵੰਤ ਮਾਨ ਜੀ ਜੇ ਤੱਕ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਇੱਕ ਗੱਲ ਚੇਤਾਵਨੀ ਦਿੰਦਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ ਚੜ੍ਹਨ ਲਈ ਸਾਨੂੰ ਤੁਸੀਂ ਮਜਬੂਰ ਕਰੋਗੇ। ਉਸੇ ਤਰਜ਼ ਦੇ ਉੱਪਰ ਜਿਸ ਤਰਜ਼ ਦੇ ਉੱਪਰ ਅੱਜ ਜਿਹੜੇ ਉਹ ਕੱਚੇ ਅਧਿਆਪਕ ਸੰਗਰੂਰ ਦੀ ਗੱਲ ਕਰ ਰਿਹਾ ਮੈਂ ਔਰ ਬਰਨਾਲੇ ਹੈ ਨਾ ਸੰਗਰੂਰ ਜਿਹੜਾ ਪਾਣੀ ਵਾਲੀ ਟੈਂਕੀ ਦੇ ਉਹ ਜਿਹੜੇ ਕੱਚੇ ਅਧਿਆਪਕ ਅੱਜ ਜਿਹੜੇ ਆ ਉਹਨਾਂ ਨੂੰ ਫੇਰ ਡਟਣਾ ਪੈ ਰਿਹਾ ਕਿਉਂਕਿ ਤੁਸੀਂ ਵਾਅਦਾ ਕੀਤਾ ਜਿਹੜੀਆਂ ਲਿਸਟਾਂ ਜਿਹੜੀਆਂ ਉਹ ਕਿਉਂ ਨਹੀਂ ਆ ਰਹੀਆਂ। ਸੋ ਸਾਥੀਓ ਇਹਦੇ ਵਿੱਚ ਜਿਹੜੀ ਨਲਾਇਕੀ ਆ ਉਹ ਸਰਕਾਰ ਦੀ ਹੈਗੀ ਆ ਕਿਉਂਕਿ ਲਿਸਟਾਂ ਜਿਹੜੀਆਂ ਡਿਪਾਰਟਮੈਂਟ ਕੋਲ ਪਈਆਂ ਨੇ ਉਹ ਸਰਕਾਰ ਦੀ ਪਰਮਿਸ਼ਨ ਦੀ ਸ਼ਾਇਦ ਹੋ ਸਕਦਾ ਕਿ ਸਰਕਾਰ ਦੀ ਪਰਮਿਸ਼ਨ ਦੀ ਲੋੜ ਹੋਵੇ ਕਿ ਇਹ ਭਰਤੀ ਕਦੋਂ ਪੂਰੀ ਕਰਨੀ ਹੈ। ਸੋ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਸਕੂਲਾਂ ਦਾ ਹਾਲ ਵੇਖ ਲਓ। ਆਪੇ ਕਾਫੀ ਸਾਰੇ ਸਕੂਲ ਨੇ ਜਿੱਥੇ ਟੀਚਰ ਹੈ ਹੀ ਨਹੀਂ ਆ ਉਹ ਡੈਪੂਟੇਸ਼ਨ ਦੇ ਟੀਚਰ ਜਿਹੜੇ ਆ ਉਹ ਉੱਥੇ ਭੇਜ ਕੇ ਜਿਹੜੇ ਆ ਉਹ ਸਕੂਲ ਚਲਾਏ ਜਾ ਰਹੇ ਨੇ। ਸੋ ਬਹੁਤ ਔਖਾ ਹੋਇਆ ਪਿਆ ਸਕੂਲਾਂ ਦਾ। ਸੋ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਆਪਣੇ ਗਰੀਬ ਘਰਾਂ ਦੇ ਬੱਚੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦੀ ਜ਼ਿੰਦਗੀ ਵੱਲ ਵੀ ਜਿਹੜਾ ਉਹ ਤੁਸੀਂ ਝਾਤ ਮਾਰੋ। ਉਹਨਾਂ ਦੀ ਵੀ ਜ਼ਿੰਦਗੀ ਦਾ ਜਿਹੜਾ ਤੁਸੀਂ ਖਿਲਵਾੜ ਕਰ ਰਹੇ ਹੋ ਕਿਉਂਕਿ ਰੁਜ਼ਗਾਰ ਤੋਂ ਬਿਨਾਂ ਬਹੁਤ ਸਾਰੇ ਜਿਹੜੇ ਸਾਥੀ ਸਾਡੇ ਸੀਗੇ ਉਹ ਜਿਹੜੇ ਸੁਸਾਈਡ ਕਰ ਚੁੱਕੇ ਨੇ। ਸੋ ਇਹ ਸੀਗੀਆਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ। तो जे ਤੁਸੀਂ ਆ ਸੋਚ ਰਹੇ ਹੋ ਕਿ ਸਾਡਾ ਜਿਹੜਾ ਅਸੀਂ ਪੂਰੀ ਪੈਰਵਾਈ ਕਰ ਰਹੇ ਹਾਂ ਸੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਵੀ ਕੋਈ ਮਾਯੂਸ ਹੋ ਕੇ ਕੋਈ ਇਹੋ ਜਿਹੀ ਹਰਕਤ ਕਰ ਲੈਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਸਾਥੀਓ ਸਥਿਤੀ ਜਿਹੋ ਜਿਹੀ ਵੀ ਹੋਵੇ ਤੁਸੀਂ ਮਾਯੂਸ ਬਿਲਕੁਲ ਨਹੀਂ ਹੋਣਾ, ਕੋਈ ਵੀ ਗਲਤ ਕਦਮ ਨਹੀਂ ਚੱਕਣਾ ਹੈਗਾ ਔਰ ਆਪਾਂ ਭਰਤੀਆਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਜਿਹੜੀਆਂ ਉਹ ਪੂਰੀਆਂ ਜਿਹੜੀਆਂ ਉਹ ਕਰਾਵਾਂਗੇ। ਸੋ ਜਿਹੜੇ ਸਾਥੀ ਅੱਜ ਮੇਰੇ ਕੋਲ ਆਏ ਨੇ ਇਹਨਾਂ ਦਾ ਜਿਹੜਾ ਮੇਨ ਮੋਟਿਵ ਸੀਗਾ ਉਹ ਸੀਗਾ SC ਬੈਕਲੌਗ 664 ਪੋਸਟਾਂ ਔਰ 2364 ਪੋਸਟਾਂ ਨੂੰ ਬਹਾਲ ਕਰਾਉਣਾ। ਸੋ ਇਸ ਮੋਟਿਵ ਨੂੰ ਲੈ ਕੇ ਇਹ ਸਾਥੀ ਮੇਰੇ ਕੋਲ ਆਏ ਹੋਏ ਸੀ। ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਸੀ ਕਿ ਤੁਸੀਂ 2364 ਬਾਰੇ ਬੋਲੋ। ਸੋ ਮੈਂ ਇੱਕ ਗੱਲ ਸਾਥੀਆਂ ਨੂੰ ਮੈਂ ਪਹਿਲੇ ਵੀ ਦੱਸੀ ਸੀਗੀ ਕਿ ਅਸੀਂ ਇਕੱਲਾ 2364 ਤੇ ਨਹੀਂ ਬੋਲਾਂਗੇ, ਅਸੀਂ 66-35 ਤੇ ਵੀ ਬੋਲਾਂਗੇ, ਅਸੀਂ 99-94 ਤੇ ਵੀ ਬੋਲਾਂਗੇ। ਜਦੋਂ ਬੋਲਾਂਗੇ ਸਾਰਿਆਂ ਦੇ ਹੱਕ ਦੀ ਗੱਲ ਕਰਾਂਗੇ, ਸਾਰਿਆਂ ਦੇ ਪੱਖ ਦੀ ਗੱਲ ਕਰਾਂਗੇ। ਸੋ ਸਾਥੀਓ ਅੱਜ ਸਾਨੂੰ ਇੱਥੇ ਇਕੱਠੇ ਹੋਣ ਦੀ ਲੋੜ ਕਿਉਂ ਪਈ? ਕਿਉਂਕਿ 2364 ਭਰਤੀ ਦੇ ਵਿੱਚ ਜਿਹੜੀ ਰਿਵਿਊ ਪਟੀਸ਼ਨ ਲੱਗੀ ਸੀ
ਉਹਦਾ ਜਿਹੜਾ ਐਡਵੋਕੇਟ ਸੀਗਾ ਆਪਣੇ ਸੀਨੀਅਰ ਐਡਵੋਕੇਟ ਸੀ, ਹਾਂ ਸੀਨੀਅਰ ਐਡਵੋਕੇਟ ਸੀਗੇ, ਉਹਨਾਂ ਦੀ ਜਿਹੜੀ ਫੀਸ 3.5 ਲੱਖ ਰੁਪਈਆ ਜਿਹੜੀ ਫੀਸ ਆ ਉਹ ਜਿਹੜੀ ਨਿਯਤ ਕੀਤੀ ਗਈ ਸੀ, ਜਿਹਦੇ ਵਿੱਚ ਉਹ ਆਪਾਂ 2.25 ਲੱਖ ਜਿਹੜਾ ਉਹ ਦੇ ਚੁੱਕੇ ਆ। ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹ ਕੈਡਰ ਦੀ ਜਿਹੜਾ ਫੰਡ ਵੱਲੋਂ ਜਿਹੜੀ ਆ ਉਹ ਕੈਡਰ ਜਿਹੜਾ ਸਪੋਰਟ ਨਹੀਂ ਕਰ ਰਿਹਾ ਹੈਗਾ। ਸੋ ਜਿਸ ਦੇ ਸਿੱਟੇ ਵਜੋਂ ਜਥੇਬੰਦੀ ਦੇ ਵੱਲੋਂ ਜਿਹੜੀ ਵਕੀਲ ਦੀ ਜਿਹੜੀ ਫੀਸ ਸੀਗੀ ਉਹ ਜਿਹੜੀ ਆ ਉਹਦੀ ਭਰਪਾਈ ਕਰਨੀ ਬਹੁਤ ਮੁਸ਼ਕਲ ਹੋ ਰਹੀ ਸੀ। ਸੋ ਸਾਡੇ ਸਾਥੀਆਂ ਦਾ ਇਹ ਕਹਿਣਾ ਸੀਗਾ, ਜਿਹੜੇ ਮੇਰੇ ਕੋਲ ਅੱਜ ਆਏ ਨੇ, ਸੋ ਇਹਨਾਂ ਦਾ ਕਹਿਣਾ ਸੀ ਕਿ ਸਾਡਾ ਉਹਦੇ ਵਿੱਚ ਜਿਹੜਾ 664 ਪੋਸਟਾਂ ਦਾ ਬੈਕਲੌਗ ਆ ਉਹ ਸਾਡਾ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਹੋ ਰਿਹਾ। ਸੋ ਜਿਵੇਂ ਇਹਨਾਂ ਨੂੰ ਸੂਬਾ ਪ੍ਰਧਾਨ ਜੀ ਨੇ ਕਿਹਾ ਸੀ ਵੀ ਕੋਈ ਵੀ ਜਿਹੜਾ ਕੈਡਰ ਹੈ ਉਹ ਆਪਣੀ ਕੈਟਾਗਰੀ ਨੂੰ ਲੈ ਕੇ ਉਹਨੂੰ ਡਿਫੈਂਡ ਕਰ ਸਕਦਾ, ਆਪਣੀ ਪੋਸਟਾਂ ਨੂੰ ਲੈ ਕੇ ਡਿਫੈਂਡ ਕਰ ਸਕਦਾ। ਤੋ ਉਸੇ ਮਤਲਬ ਕਿ ਤਰਜ਼ ਦੇ ਉੱਪਰ ਇਹ ਸਾਡੇ ਕੋਲ ਸਾਥੀ ਆਏ ਸੀਗੇ ਕਿ ਕਿਉਂ ਨਾ ਅਸੀਂ ਵੀ ਜਿਹੜਾ ਆਪਣਾ ਇੱਕ ਵੱਖਰਾ ਫੰਡ ਇਕੱਠਾ ਕਰਕੇ ਤਾਂ ਕਿ ਆਪਣਾ ਐਸਸੀ ਬੈਕਲੌਗ ਬਚਾਈਏ। ਅਸੀਂ ਐਸਸੀ ਜਿਹੜਾ ਭਾਈਚਾਰਾ ਮਿਲ ਕੇ ਆ ਜਿਹੜਾ 2364 ਦੇ ਵਿੱਚ ਜਿਹੜਾ ਬੈਕਲੌਗ ਆ ਉਹਨੂੰ ਬਚਾਈਏ। ਸੋ ਸਾਥੀਓ, ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜਿਸ ਮਕਸਦ ਦੇ ਨਾਲ ਸਾਥੀ ਮੇਰੇ ਕੋਲ ਆਏ ਸੀਗੇ ਕਿ 2364 ਦਾ ਜਿਹੜਾ ਬੈਕਲੌਗ ਆ ਉਹਨੂੰ ਆਪਾਂ ਕਿਸੇ ਵੀ ਕੀਮਤ ਤੇ ਅਜਾਇਜ਼ ਨਹੀਂ ਜਾਣ ਦੇਣਾ, ਆਪਾਂ 2364 ਬੈਕਲੌਗ ਬਚਾਉਣਾ। ਸੋ ਸਾਥੀਓ, ਕੱਲਾ 2364 ਬੈਕਲੌਗ ਨਹੀਂ ਬਚੇਗਾ, ਪੂਰੀ ਭਰਤੀ ਹੀ ਜਿਹੜੀ ਆ ਉਹ ਕੰਪਲੀਟ ਹੋਊਗੀ। ਆਪਾਂ 23 ਬੈਕਲੌਗ ਨਹੀਂ, ਨਾਲ ਦੀ ਨਾਲ 2364 ਦੀ ਵੀ ਗੱਲ ਕਰਦੇ ਆ ਕਿ ਬੈਕਲੌਗ ਦੇ ਨਾਲ ਨਾਲ ਆਪਾਂ 2364 ਜਿਹੜਾ ਉਹ ਪੂਰੀ ਜਿਹੜੀ ਆ ਕੰਪਲੀਟ ਕਰਵਾਉਣੀ ਹੈਗੀ ਆ। ਸੋ ਸਾਥੀਓ, ਉਹਦੇ ਵਾਸਤੇ ਤੁਹਾਡੇ ਸਾਥ ਦੀ ਲੋੜ ਹੈਗੀ ਆ। ਸੋ ਉਹਦੇ ਵਾਸਤੇ ਅੱਜ ਸਵੇਰ ਤੋਂ ਹੀ ਜਿਹੜਾ ਅਸੀਂ ਇੱਕ ਸਾਂਝੇ ਖਾਤੇ ਦੀ ਜਿਹੜੀ ਮੁਹਿੰਮ ਸੀਗੀ ਉਹਦੇ ਵਿੱਚ ਰੁੱਝੇ ਹੋਏ ਸੀਗੇ। ਸੋ ਸਾਂਝਾ ਖਾਤਾ ਜਿਹੜਾ ਉਹਨੂੰ ਜਿਹੜਾ ਟਾਈਮ ਲੱਗੂਗਾ, ਮੇ ਵੀ ਸ਼ਾਮ ਤੱਕ ਜਿਹੜਾ ਖਾਤਾ ਜਿਹੜਾ ਐਕਟੀਵੇਟ ਹੋ ਜਾਊਗਾ। ਤੋ ਜਥੇਬੰਦੀ ਦਾ ਜਿਹੜਾ ਖਾਤਾ ਜਿਹੜਾ ਚੱਲ ਰਿਹਾ ਸੀ ਸਾਥੀਓ, ਤੁਸੀਂ ਉਹਦੇ ਵਿੱਚ ਵੀ ਸਪੋਰਟ ਕਰਨੀ ਹੈ। ਔਰ ਇਹ ਜਿਹੜਾ ਖਾਤਾ ਇਹ ਜਿਹੜੇ ਸਾਡੇ ਐਸਸੀ ਸਾਥੀ ਨੇ ਉਹਨਾਂ ਵੱਲੋਂ ਜਿਹੜੀ ਇੱਕ ਇਨੀਸ਼ੀਏਟ ਕੀਤਾ ਗਿਆ ਕਿ ਕਿਉਂ ਨਾ ਆਪਾਂ ਐਸਸੀ ਬੈਕਲੌਗ ਨੂੰ ਬਚਾਉਣ ਦੇ ਲਈ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਕੋਲੋਂ ਅਸੀਂ ਇਸ ਖਾਤੇ ਦੇ ਵਿੱਚ ਜਿਹੜਾ ਫੰਡ ਇਕੱਠਾ ਕਰੀਏ ਤਾਂ ਜੋ ਆਪਾਂ ਐਸਸੀ ਬੈਕਲੌਗ ਨੂੰ ਬਚਾਈਏ। ਪਰ ਸਾਥੀਓ, ਇਹ ਇਕੱਲਾ ਜਿਹੜਾ ਫੰਡ ਆ ਇਹ ਐਸਸੀ ਬੈਕਲੌਗ ਲਈ ਹੀ ਯੂਜ਼ ਨਹੀਂ ਹੋਣਾ, ਇਹ ਪੂਰੀ 2364 ਭਰਤੀ ਲਈ ਯੂਜ਼ ਹੋਊਗਾ। ਔਰ ਜਿਹੜੇ ਸਾਥੀ 2364 ਭਰਤੀ ਦੇ ਵਿੱਚ ਸਿਲੈਕਟਡ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਥੀ ਜਿਹੜੀ ਫੰਡ ਦੀ ਫੰਡ ਦੀ ਜਿਹੜੀ ਸਾਡੀ ਮਦਦ ਆ ਉਹ ਜ਼ਰੂਰ ਕਰਨ ਤਾਂ ਜੋ ਆਪਾਂ ਜਿਹੜੀ 2364 ਭਰਤੀ ਹੈ ਇਹਨੂੰ ਬਹਾਲ ਕਰਾ ਕੇ ਇਹਨੂੰ ਪੂਰਾ ਕਰਾਇਆ ਜਾ ਸਕੇ। ਤਾਂ ਜੋ ਜਿਹੜੇ ਸਾਥੀ, ਮੈਂ ਵੇਖਦਾ ਹੁੰਦਾ ਸੀ ਕਿ ਜਦੋਂ ਮੈਂ ਟਾਵਰ ਤੇ ਸੀਗਾ ਤਾਂ ਪਟਿਆਲੇ ਦੇ ਵਿੱਚ 2364 ਜਿਹੜੇ ਸਿਲੈਕਟਡ ਸਾਥੀ ਸੀ ਉਹਨਾਂ ਵੱਲੋਂ ਮੋਰਚਾ ਜਿਹੜਾ ਉਹ ਲਗਾਇਆ ਗਿਆ ਸੀ। ਕਿਉਂ ਲਗਾਇਆ ਗਿਆ ਸੀ? ਕਿਉਂਕਿ ਉਹ ਸਾਥੀ ਸਿਲੈਕਟਡ ਸੀਗੇ, ਉਹ ਚਾਹੁੰਦੇ ਸੀ ਕਿ ਸਾਡਾ ਕੋਈ ਕਸੂਰ ਨਹੀਂ, ਵਿੱਚ ਜਿਹੜੀ ਬੀਐਡ ਆ ਉਹਦੇ ਕਰਕੇ ਜੇ ਭਰਤੀ ਖਰਾਬ ਹੋ ਰਹੀ ਆ, ਪਰ ਅਸੀਂ ਤੇ ਈਟੀਡੀ ਵਾਲੇ ਆ, ਸਾਨੂੰ ਜੁਆਇਨ ਕਰਵਾਇਆ ਜਾਵੇ। ਸੋ ਸਾਥੀਓ, ਉਹਨਾਂ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਥੀਓ, ਜਿਹੜੇ ਜੋਸ਼ ਦੇ ਨਾਲ ਤੁਸੀਂ ਉਸ ਵੇਲੇ ਮੈਦਾਨ 'ਚ ਉਤਰੇ ਸੀ, ਸੋ ਆਪਾਂ ਮੈਦਾਨ 'ਚ ਉਤਰਨ ਦੀ ਤੇ ਗੱਲ ਨਹੀਂ ਕਰਦੇ, ਆਪਾਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਉਸੇ ਜੋਸ਼ ਦੇ ਨਾਲ ਤੁਸੀਂ ਜਿਹੜਾ ਸਾਨੂੰ ਫੰਡ ਦੀ ਉਹ ਸਾਨੂੰ ਮਦਦ ਜ਼ਰੂਰ ਕਰੋ ਤਾਂ ਜੋ ਜਿਹੜਾ ਸਾਡਾ ਬਚਦਾ ਜਿਹੜਾ ਫੰਡ ਹੈਗਾ ਜਿਹੜਾ ਆਪਾਂ ਵਕੀਲ ਨੂੰ ਦੇਣਾ 1,25,000 ਜਿਹੜਾ ਉਹ ਆਪਾਂ ਦੇ ਸਕੀਏ। ਔਰ ਸਾਨੂੰ ਘੱਟੋ ਘੱਟ ਜਿਹੜਾ 2.5 ਤੋਂ 3 ਲੱਖ ਦੀ ਜਿਹੜੀ ਜ਼ਰੂਰਤ ਹੈਗੀ ਆ, ਕਿਉਂਕਿ ਸਾਨੂੰ ਜਿਹੜਾ 1.25 ਲੱਖ ਦੇਣਾ ਉਹਦੇ ਨਾਲ ਦੀ ਨਾਲ ਸਾਨੂੰ ਕੱਲ ਨੂੰ ਸੀਐਮ ਲਾਉਣੀ ਵੀ ਪੈ ਸਕਦੀ ਆ। ਸੋ ਸਾਥੀਓ, ਹੋਰ ਵੀ ਖਰਚੇ ਬੜੇ ਹੁੰਦੇ ਨੇ। ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ, ਜਿਹੜੇ ਸਾਥੀ 2364 ਵਿੱਚ ਸਿਲੈਕਟਡ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ 66-35 ਪੂਰੀ ਹੋਣ ਤੋਂ ਬਾਅਦ 2364 ਵਿੱਚ ਮੇਰਾ ਨੰਬਰ ਆ ਸਕਦਾ, ਸੋ ਉਹਨਾਂ ਸਾਰੇ ਸਾਥੀਆਂ ਨੂੰ ਮੈਂ ਅਪੀਲ ਕਰੂੰਗਾ, ਬੇਨਤੀ ਕਰੂੰਗਾ। ਸੋ ਸਾਥੀਓ, ਇਹ ਇਕੱਲੀ ਇੱਥੇ ਐਸੀ ਬੈਕਲੌਗ ਦੀ ਗੱਲ ਨਹੀਂ ਹੋ ਰਹੀ। ਸਾਥੀ ਸਾਡੇ ਗੁਰਜੰਟ ਪਟਿਆਲਾ ਜੀ 2364 ਵਿੱਚ ਜਿਹੜੇ ਔਰ ਐਲੀਜੀਬਲ ਨੇ, ਪਰ 66-35 ਦੇ ਵਿੱਚ ਇਹ ਸਾਥੀ ਹੋ ਰਹੇ ਨੇ। ਸੋ ਇਸ ਸਾਥੀ ਦੇ ਵਾਂਗ ਬਾਕੀ ਜਿਹੜੇ ਹੋਰ ਵੀ ਸਾਥੀ ਨੇ, ਇਹੋ ਜਿਹੇ ਬਹੁਤ ਨੇ ਜਿਹੜੇ ਕਿ 66-35 ਵਿੱਚ ਜਿਹੜੇ ਓਵਰੇਜ ਹੋ ਰਹੇ ਨੇ, ਪਰ 2364 ਵਿੱਚ ਐਲੀਜੀਬਲ ਨੇ ਔਰ ਪਲੱਸ ਸਿਲੈਕਟਡ ਵੀ ਨੇ। ਸੋ ਉਹਨਾਂ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਥੀਓ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ, ਤੁਹਾਨੂੰ ਲੱਗਦਾ ਸੀ ਲੋ ਮੈਟ, ਪਰ ਅਸੀਂ ਲੋ ਮੈਟ ਨਹੀਂ ਹੈਗੇ। ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ, ਮੈਂ ਗੱਲ ਆਪਣੇ ਤੋਂ ਸ਼ੁਰੂ ਕਰਦਾ। 135 ਦਿਨ ਜਿਹੜਾ ਬੰਦਾ ਟਾਵਰ ਤੇ ਲਾਊਗਾ, ਮੈਂਟਲ ਲੈਵਲ ਉਹਦਾ ਕੀ ਤੁਹਾਡੇ ਬਰਾਬਰ ਹੋਊਗਾ? ਉਹਨੂੰ ਸਟੇਬਲ ਹੁੰਦੇ ਕਿੰਨਾ ਟਾਈਮ ਲੱਗੂਗਾ? ਸੋ ਸਾਥੀਓ,
ਬੜਾ ਮੁਸ਼ਕਲ ਹੁੰਦਾ, ਬਹੁਤ ਮੁਸ਼ਕਲ ਹੁੰਦਾ। ਸਾਈਕੋਲੋਜੀਕਲੀ ਮੈਂਟਲੀ ਬੜਾ ਹਰਾਸ ਹੁੰਦਾ, ਜਿਹੜਾ ਮੈਂਟਲ ਟਰਬੂਲੈਂਸ ਆ ਜਿਹੜਾ ਉਹ ਬੜਾ ਅਪਸੈਟ ਜਿਹਾ ਹੋ ਜਾਂਦਾ। ਸੋ ਜਿਸ ਕਰਕੇ ਅਟੈਂਸ਼ਨ ਜਿਹੜੀ ਹੈ ਕਿਸੇ ਵੀ ਪਾਸੇ ਜਿਹੜੀ ਉਹ ਪ੍ਰੋਪਰ ਜਿਹੜੀ ਉਹ ਨਹੀਂ ਲੱਗ ਪਾਉਂਦੀ। ਸੋ ਜਿਹਦੇ ਕਰਕੇ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਸੀ। ਪਰ ਸਾਥੀਓ ਮੈਂ ਇਹ ਵੀ ਦੱਸਦਾ ਸਾਥੀ ਲੱਗਦਾ, ਪਰ ਸਾਥੀਓ ਗੱਲ ਇੱਥੇ ਐਸੀ ਤੱਕ ਨਹੀਂ ਮੁੱਕਦੀ, ਗੱਲ ਐਸੀ ਤੱਕ ਨਹੀਂ ਮੁੱਕਦੀ। ਇਹਦੇ ਵਿੱਚ BC ਵੀ ਲੱਗ ਰਿਹਾ, ਜਰਨਲ ਵੀ ਲੱਗ ਰਿਹਾ, ਔਰ ਕੱਲੀ ਗੱਲ 2364 ਤੱਕ ਨਹੀਂ ਰਹਿੰਦੀ। ਇੱਥੇ ਗੱਲ ਆਪਾਂ 5994 ਦੀ ਵੀ ਕਰਾਂ। ਇਹ ਸਾਥੀ ਨੂੰ ਲੱਗਦਾ ਕਿ ਇਹ ਦੋਨਾਂ ਭਰਤੀਆਂ ਦੇ ਵਿੱਚ ਸਾਨੂੰ ਖਤਰਾ ਹੈ। ਸੋ ਸਾਥੀਓ ਇਹ ਸੁਰਿੰਦਰਪਾਲ ਗੁਰਦਾਸਪੁਰ ਤੁਹਾਡੇ ਨਾਲ ਵਾਅਦਾ ਕਰਦਾ ਕਿ 5994 ਦੇ ਵਿੱਚ ਭਰਤੀ ਦੇ ਵਿੱਚ ਕੋਈ ਸਹਿਯੋਗ ਤੁਸੀਂ ਮੈਥੋਂ ਮੰਗੋਗੇ, ਜਿਸ ਵੇਲੇ ਵੀ ਮੰਗੋਗੇ ਔਰ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਸਾਥੀਓ, ਮੈਂ ਉਸੇ ਵੇਲੇ ਤੁਹਾਡੇ ਦੇ ਨਾਲ ਜਿਹੜਾ ਉਹ ਸਾਥ ਦੇਣ ਲਈ ਬਿਲਕੁਲ ਤਿਆਰ ਬਰ ਤਿਆਰ ਹੈਗਾ। ਸੋ ਦੇ ਨਾਲ ਹੀ ਮੈਂ ਗੁਰਜੰਟ ਪਟਿਆਲਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਸ਼ਬਦ ਜਿਹੜੇ ਆ ਉਹ ਜ਼ਰੂਰ ਰੱਖਣ। ਇਹ ਜਿਹੜੇ 595 ਬੈਕਲੌਗ ਤੇ ਆਪਣੀ 2364 ਭਰਤੀ ਆ ਉਹਨੂੰ ਆਪਾਂ ਬਚਾਈਏ। ਆਪਾਂ ਵੱਧ ਤੋਂ ਵੱਧ SC ਕੈਟਾਗਰੀ ਦੇ ਜਿੰਨੇ ਵੀ ਆਪਣੇ 1300 ਪੋਸਟਾਂ ਬਣਦੀਆਂ ਨੇ ਉਹਦੇ ਵਿੱਚ ਆਪਾਂ ਹਰ ਇੱਕ ਆਪਣੇ ਭਾਈਚਾਰੇ ਨੂੰ ਆ ਰਹੀ ਹੈ। ਸੋ ਸਾਥੀਆਂ ਨੂੰ ਬੇਨਤੀ ਹੈ ਨੇ ਵੀਰੇ, ਆਵਾਜ਼ ਸਾਰਾ ਕੁਝ ਠੀਕ ਆ ਰਿਹਾ ਹੈ ਜੀ? ਇੱਕ ਵਾਰੀ ਪਲੀਜ਼ ਦੱਸ ਦਿਓ ਜੀ। ਹਾਂਜੀ, ਹੁਣ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੀ ਜਿਹੜੀਆਂ ਕੁਝ ਮੇਨ ਗੱਲਾਂ ਨੇ ਉਹ ਹੁਣ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇਗੀਆਂ। ਪਹਿਲੇ ਨੰਬਰ ਤੇ ਜਿਹੜਾ ਸਮੂਹ ETT ਚੱਲ ਪਿਆ। ਹਾਂਜੀ, ਇਹ ਇੱਕ ਸਾਥੀ ਨੇ ਜਿਹੜੇ ਬਾਰ-ਬਾਰ ਬਹੁਤ ਗਲਤ ਕਮੈਂਟ ਲਿਖ ਕੇ ਭੇਜ ਰਹੇ ਨੇ ਸੁਰਿੰਦਰ ਭਾਜੀ ਲਈ। ਲਵਿਸ਼ ਦੇ ਨਾਮ ਤੇ ਕੋਈ ID ਹੈ ਉਹਨਾਂ ਦੀ। ਮੈਂ ਇਹਨਾਂ ਨੂੰ ਇੱਕ ਪੁੱਛਣਾ ਚਾਹੂੰਗਾ ਜੀ ਲਾਈਵ ਸੈਸ਼ਨ ਦੇ ਵਿੱਚ। ਹਾਂਜੀ ਸਰ, ਮੈਂ ਇਸ ਕਰਕੇ ਮੈਂ ਬਾਰ-ਬਾਰ ਫਿਰ ਤੋਂ ਰਿਕੁਐਸਟ ਕਰੂੰਗਾ, ਬੜੀ ਹੰਬਲੀ ਹੱਥ ਬੰਨ ਕੇ ਬੇਨਤੀ ਕਰੂੰਗਾ, ਕਿਉਂਕਿ ਜੋ ਸੁਰਿੰਦਰਪਾਲ ਸਾਥੀ ਆ ਉਹ ਬਹੁਤ ਹੀ ਸਤਿਕਾਰਯੋਗ ਆ ਸਾਡੇ ਲਈ, ਵੀ ਇਹੋ ਜੀ ਕੋਈ ਵੀ ਕਮੈਂਟਬਾਜ਼ੀ ਨਾ ਕਰੋ। ਤੇ ਹੁਣ ਜਿਹੜੀ ਗੱਲ ਕਰਨ ਵਾਲੀ ਆ ਸਾਥੀ ਇੱਕ ਵਾਰੀ ਫਿਰ ਤੋਂ ਜੁੜ ਜਾਣਾ, ਰਿਕੁਐਸਟ ਆ ਸਾਰਿਆਂ ਨੂੰ ਇੱਕ ਵਾਰੀ ਜਲਦੀ ਤੋਂ ਜਲਦੀ ਜੁੜ ਜਾਓ ਵੀਰੇ, ਕਿਉਂਕਿ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਆ ਗਈ ਉਹ ਸ਼ੇਅਰ ਕਰਨੀ ਹੈਗੀ SC ਕੈਡਰ ਦੇ ਨਾਲ ਤੇ ਸਮੂਹ 2364 ਚ ਸਿਲੈਕਟਡ ਨੇ ਜਿਹੜੇ ਸਾਥੀ ਉਹਨਾਂ ਦੇ ਨਾਲ। ਤਾਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਬੇਨਤੀ ਹੈ ਵੀਰੇ, ਪਲੀਜ਼ ਸਾਰੇ ਜਾਣੇ ਇੱਕ ਵਾਰੀ ਜੁੜ ਜਾਓ ਤੇ ਜਿਹੜੇ ਫਾਲਤੂ ਦੇ ਕਮੈਂਟ ਕੋਈ ਕਰ। ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਦੱਸਣਾ ਪਊਗਾ ਵੀ ਜਿਹੜੇ ETT ਵਾਲੇ ਨੇ ਉਹ ਕੀ ਨੇਗੇ। ਹਾਂਜੀ, ਜਿਹੜੀ ਅਸੀਂ ਅਨਾਉਂਸਮੈਂਟ ਕਰਨੀ ਹੈ ਜੀ ਉਹ ਸਾਰੇ ਸਾਥੀਆਂ ਨੂੰ ਅਸੀਂ ਸ਼ੇਅਰ ਕਰ ਦਈਏ ਵੀ ਇੱਕ ਤਾਂ ਜਿਹੜੀ SC ST ਕਮਿਊਨਿਟੀ ਆ ਉਹਨੂੰ ਰਿਕੁਐਸਟ ਆ ਗਈ ਵੀ ਆਉਣ ਵਾਲੇ ਐਤਵਾਰ ਨੂੰ 10 ਤਰੀਕ ਨੂੰ ਕਿਹੜੀ ਤਰੀਕ ਆਉਂਦੀ ਹੈ ਜੀ ਐਤਵਾਰ ਦੀ? 12 ਤਰੀਕ ਆ ਰਹੀ ਹੈ ਜੀ। ਵੀ ਆਉਣ ਵਾਲੇ ਜਿਹੜੇ 12 ਤਰੀਕ ਆ ਗਈ ਉੱਥੇ ਜਿਹੜਾ ਹੈਗਾ ਐਤਵਾਰ ਨੂੰ ਸੰਗਰੂਰ ਵਿਖੇ ਜੋ SC ST ਸਮਾਜ ਦੀ ਜਿਹੜੀ ਆ ਉਹ ਮੀਟਿੰਗ ਰੱਖੀ ਗਈ ਆ ਔਰ ਖੁੱਲਾ ਜਿਹੜਾ ਹੈਗਾ ਉਹ ਸਮੂਹ ਕੇਡਰ ਨੂੰ ਸੱਦਾ ਦਿੱਤਾ ਜਾਂਦਾ ਵੀ ਤਾਂ ਜੋ SC ST ਜਿਹੜੀ ਕਮਿਊਨਿਟੀ ਆ ਇਹਦੀ ਜਿਹੜੀ ਇੱਕ ਲੈਵਲ ਤੇ ਜਿਹੜੀ ਆਪਣੀ ਜਥੇਬੰਦੀ ਨੂੰ ਇੱਕ ਡਿਵੈਲਪ ਕੀਤਾ ਜਾਵੇ ਤਾਂ ਜੋ ਜਿਹੜੇ ਆਪਣੇ ਮਸਲੇ ਨੇ ਉਹਨਾਂ ਨੂੰ ਆਪਾਂ ਮਤਲਬ ਈਜ਼ੀਲੀ ਸੁਲਝਾ ਸਕੀਏ। ਅਸੀਂ ਨਾ ਕਿਸੇ ਦੇ ਹੱਕ ਰੱਖਣਾ ਚਾਹੁੰਦੇ ਆ ਨਾ ਆਪਦਾ ਛੱਡਣਾ ਚਾਹੁੰਦੇ ਆ। ਅਸੀਂ ਕਿਸੇ ਨਾਲ ਕੋਈ ਬਹਿਸ ਨਹੀਂ ਕਰਦੇ। ਕੋਈ ਕਮਿਊਨਿਟੀ ਆਪਦੇ ਬੇਸ ਤੇ ਲੜਦੀ ਹੈ ਉਹ ਲੜ ਸਕਦੀ ਹੈ ਤੇ ਜੇ ਸਾਰੀਆਂ ਕਮਿਊਨਿਟੀਆਂ ਆਪਦੇ ਬੇਸ ਤੇ ਲੜ ਰਹੀਆਂ ਸਾਨੂੰ ਵੀ ਅਧਿਕਾਰ ਆ। ਸੋ ਸਾਥੀਓ, ਇਸ ਕਰਕੇ ਮੇਰੀ ਬੇਨਤੀ ਆ ਵੀ ਐਤਵਾਰ ਨੂੰ ਸਾਰੇ ਜਾਣੇ ਸੰਗਰੂਰ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ। ਉੱਥੇ ਜਿਹੜਾ ਹੈਗਾ ਉਹ SC ST ਰਿਕੁਐਸਟ ਹੈ ਸਾਰਿਆਂ ਨੂੰ। ਪਹਿਲਾਂ ਸਭ ਤੋਂ ਪਹਿਲਾਂ ਸਮੂਹ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਇਹ ਲਾਈਵ ਸੈਸ਼ਨ ਜਿਹੜਾ ਹੋਣ ਜਾ ਰਿਹਾ, ਇਸ ਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੇਡਰ ਦੇ ਵਿੱਚ ਚੱਲ ਰਹੀਆਂ ਨੇ, ਜਿਹਦੇ ਲਈ ਕੇਡਰ ਬਹੁਤ ਕਨਫਿਊਜ਼ ਆ, ਆਪਾਂ ਵੀ ਕਨਫਿਊਜ਼ ਆ। ਸੋ ਉਸ ਜਿਹੜੇ ਉਲਝੇ ਹੋਏ ਮਸਲੇ ਨੇਗੇ, ਉਹਨਾਂ ਨੂੰ ਲੈ ਕੇ ਆਪਾਂ ਇਸ ਲਾਈਵ ਸੈਸ਼ਨ ਦੇ ਵਿੱਚ ਗੱਲਬਾਤ ਕਰਾਂਗੇ। ਤਾਂ ਬੇਨਤੀ ਹੈ ਸਾਰਿਆਂ ਨੂੰ, ਰਿਕੁਐਸਟ ਆ ਵੀ ਇੱਕ ਵਾਰ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਜੋ ਜਿੰਨੀ ਵੀ ਇਨਫੋਰਮੇਸ਼ਨ ਆ ਗਈ ਉਹ ਸਾਰਿਆਂ ਤੱਕ ਫਾਰਵਰਡ ਹੋ ਸਕੇ। ਹਾਂਜੀ ਵੀਰੇ ਕਰ ਦਿਓ ਪਲੀਜ਼, ਸਾਰੇ ਜਣੇ ਲਿੰਕ ਸ਼ੇਅਰ ਕਰ ਦਿਓ। ਕਦਾ ਕਿੰਨੇ ਸਾਥੀ ਹੋ ਗਏ ਜੀ? ਹਾਂਜੀ ਵੀਰੇ ਲਿੰਕ ਸ਼ੇਅਰ ਕਰ ਦਿਓ ਜੀ, ਲਿੰਕ ਭੇਜੋ ਜੀ ਫੇਸਬੁੱਕ ਤੇ। ਸਾਰੇ ਕਹਿ ਰਹੇ ਨੇ ਕਿ ਲਿੰਕ ਸੈਂਡ ਕਰੋ ਜੀ ਗਰੁੱਪਾਂ ਦੇ ਵਿੱਚ। ਹਾਂਜੀ ਲਿੰਕ ਸਾਰੇ ਜਾਣੇ ਸੈਂਡ ਕਰ ਦਿਓ ਜੀ। ਲਿੰਕ ਜਿਹੜਾ ਹੈਗਾ ਉਹ ਸਾਰੇ ਸ਼ੇਅਰ ਕਰ ਦਿਓ ਜੀ ਇੱਕ ਦੂਸਰੇ ਨੂੰ, ਤਾਂ ਜੋ ਵੱਧ ਤੋਂ ਵੱਧ ਹੈ ਜਿਹੜੀ ਇਹ ਇਨਫੋਰਮੇਸ਼ਨ ਆ ਗਈ ਉਹ ਸਾਰਿਆਂ ਤੱਕ ਪਹੁੰਚ ਸਕੇ। SCR ਗਰੁੱਪ ਦੇ ਵਿੱਚ ਵੀ ਲਗਭਗ ਚੱਲ ਪਿਆ ਜੀ। ਹਾਂਜੀ 32 ਸਾਥੀ ਨੇ ਜਿਹੜੇ ਲਾਈਵ ਦੇਖ ਰਹੇ ਨੇ ਸੈਸ਼ਨ ਨੂੰ। ਤਾਂ ਬੇਨਤੀ ਹੈ ਸਾਰਿਆਂ ਨੂੰ ਵੀਰੇ ਵੱਧ ਤੋਂ ਵੱਧ ਜਿਹੜਾ ਲਿੰਕ ਨੂੰ ਸ਼ੇਅਰ ਕਰ ਦਿਓ, ਤਾਂ ਜੋ ਜਿਹੜੀ ਆਪਾਂ ਗੱਲਬਾਤ ਆ ਉਹਨੂੰ ਸ਼ੁਰੂ ਕਰ ਸਕੀਏ। ਕਿਉਂਕਿ ਆਪਣਾ ਉਰੇ ਜਿਹੜਾ ਆਉਣ ਦਾ ਮਤਲਬ ਆ, ਜਾਂ ਇੱਥੇ ਆਪਾਂ ਇਹ ਜਿਹੜਾ ਲਾਈਵ ਸੈਸ਼ਨ ਆ ਇਹਦਾ ਰੱਖਣ ਦਾ ਮਤਲਬ ਇਹੀ ਹੈਗਾ ਵੀ ਬਹੁਤ ਦਿਨਾਂ ਤੋਂ ਪਿੱਛੇ ਬਹੁਤ ਗੱਲਾਂ ਚੱਲ ਰਹੀਆਂ ਨੇਗੀਆਂ, ਤੇ ਕੁਝ ਜਿਹੜਾ ਆਪਣਾ ETT ਕੇਡਰ ਹੈਗਾ ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਇਸ ਗੱਲੋਂ ਨਿਰਾਸ਼ ਆ, ਜਾਂ ਉਹਨਾਂ ਦੇ ਅੰਦਰ ਇੱਕ ਟੈਨਸ਼ਨ ਆ ਗਈ ਵੀ ਪਤਾ ਨਹੀਂ 66-35 ਦਾ ਕੀ ਹੋਊ, ਪਤਾ ਨਹੀਂ 23-64 ਦਾ ਕੀ ਹੋਊਗਾ। ਸੋ ਅੱਜ ਜੋ ਵੀ ਇਹ ਗੱਲਬਾਤ ਆ ਗਈ ਉਸ ਦੇ ਸੰਬੰਧ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੇ ਵੀ ਜਿਹੜੀ ਸ਼ੁਰੂਆਤ ਹੋਈ ਹੈਗੀ ਉਹ ਆਪਣੀ 66-35 ਜਿਹੜੀਆਂ ਪੋਸਟਾਂ ਨੇਗੀਆਂ ਉਹ ਰਹਿ ਗਈਆਂ ਜੀ। ਇੱਕ ਜਿਹੜੀ ਆਪਣੀ ਭਰਤੀ 66-35 ਤੋਂ ਪਹਿਲਾਂ ਆਈ ਸੀ 2364 ਦੀ ਭਰਤੀ। ਇਹ ਜਿਹੜੀ 66-35 ਪੋਸਟ ਆ ਉਹ ਸਾਡੇ ਵੀਰ ਸੁਰਿੰਦਰਪਾਲ ਦੀ ਬਦੌਲਤ 137 ਦਿਨ ਟਾਵਰ ਤੇ ਜੋ ਇਹਨਾਂ ਨੇ ਉਹ ਸੰਤਾਪ, ਧੁੱਪ, ਗਰਮੀ ਹੰਢਾਈ ਆ, ਮੀਂਹ ਹੰਢਾਇਆ, ਉਸ ਦੀ ਦੇਣ ਕਰਕੇ, ਉਸ ਸੰਘਰਸ਼ ਦੀ ਬਦੌਲਤ ਜਿਹੜਾ 6635 ਜਿਹੜੀਆਂ ਆਪਾਂ ਪੋਸਟਾਂ ਸੀ ਉਹ ਸਰਕਾਰ ਤੋਂ ਲੈਤੀਆਂ ਸੀ। ਚਲੋ ਕੁਝ ਸ਼ਰਾਰਤੀ ਅਨਸਰਾਂ ਕਰਕੇ ਜਾਂ ਕਿਸੇ ਕਾਨੂੰਨੀ ਪ੍ਰਕਿਰਿਆ ਕਰਕੇ ਜਿਹੜੀ ਉਹ ਭਰਤੀ ਆ ਉਹ ਹਲੇ ਲਟਕੀ ਹੋਈ ਆ। ਪਰ ਇੱਥੇ ਜੇ ਆਪਾਂ ਨਾਲ ਗੱਲ ਕਰੀਏ ਵੀ ਆਪਣੀ ਜੋ 2364 ਪੋਸਟ ਆ ਗਈ, ਜਿਸ ਦੇ ਵਿੱਚ ਆਪਣਾ 664 ਆ ਜਿਹੜਾ ਉਹ SC ਬੈਕਲੌਗ ਆ, ਉਹ ਜਿਹੜਾ ਆਪਣਾ ਬੈਕਲੌਗ ਹੈਗਾ ਸਭ ਤੋਂ ਜ਼ਿਆਦਾ ਟੈਨਸ਼ਨ ਅੱਜ ਦੀ ਡੇਟ ਦੇ ਵਿੱਚ ਸਾਨੂੰ ਆਪਣੇ SC ਜਿਹੜਾ ਬੈਕਲੌਗ ਆਪਾਂ ਉਹਦੀ ਹੈਗੀ। ਕਿਉਂਕਿ ਜਿਹੜੀ 2364 ਪੋਸਟ ਆ ਉਹਦੇ ਵਿੱਚ ਅਪਰੋਕਸੀਮੇਟਲੀ ਵੀ 1100 ਦੇ ਲਵੇ ਲਾਉਣੇ ਜਿਹੜਾ ਹੈਗਾ ਉਹ SC ਕੇਡਰ ਆ ਜਿਹੜਾ ਉਹ ਸੈੱਟ ਹੋ ਰਿਹਾ ਹੈਗਾ। ਤਾਂ ਇਹ 1100 ਕੇਡਰ ਜੇ ਆਪਾਂ ਓਪਨ ਦੇ ਵਿੱਚ ਕੋਈ ਭਰਤੀ ਲੈਣੇ ਆਂਗੇ ਤਾਂ ਮੇਰੇ ਮਤਲਬ ਅਕੋਰਡਿੰਗ ਲਗਭਗ ਆਪਾਂ ਨੂੰ ਘੱਟੋ ਘੱਟ ਜਿਹੜੀ ਹੈਗੀ ਆ ਵੀ ਉਹ 12000 ਦੇ ਲਵੇ ਲਾਉਣੇ ਭਰਤੀ ਲੈਣੀ ਪਊਗੀ, ਤਾਂ ਜਾ ਕੇ ਜਿਹੜਾ ਹੈਗਾ ਆਪਣਾ ਕੋਈ 1100 ਜਿਹੜੀ ਪੋਸਟ ਆ ਗਈ ਉਹਦੇ ਵਿੱਚ ਆਪਣੀ ਬਣੂਗੀ SC RO ਦੀ ਜਾਂ SC ਕੈਟਾਗਰੀ ਦੀ। ਸੋ ਇਹ ਜੋ ਆਪਣੇ ਲਈ ਇਹ 2364 ਪੋਸਟਾਂ ਨੇ। ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਵੀ ਇਹ ਪੋਸਟਾਂ ਨੇ ਜਿਹੜੀਆਂ ਇਹ ਆਪਣੇ ਲਈ 2364 ਪੋਸਟਾਂ ਨਹੀਂ ਹੈਗੀਆਂ, ਇਹ ਆਪਣੇ ਲਈ 12164 ਪੋਸਟਾਂ ਨੇ। ਕਿਉਂਕਿ ਜੇ ਆਪਾਂ ਦੇਖੀਏ ਇਹਦੇ ਵਿੱਚ ਆਪਣਾ ਕੇਡਰ ਬਹੁਤ ਵੱਡੇ ਮਾਰਜਨ ਦੇ ਨਾਲ ਐਡਜਸਟ ਹੋ ਰਿਹਾ ਹੈਗਾ। ਸੋ ਇਸ ਸੰਦਰਭ ਦੇ ਵਿੱਚ ਕਿਉਂਕਿ ਕਾਫੀ ਦਿਨਾਂ ਤੋਂ ਆਪਾਂ ਦੇਖ ਰਹੇ ਹਾਂਗੇ ਵੀ ਸੁਰਿੰਦਰਪਾਲ ਵੀਰ ਕੁਝ ਬੋਲ ਨਹੀਂ ਰਹੇ ਸੀ, ਕੁਝ ਸਾਇਲੈਂਟ ਹੋਏ ਸੀ, ਤਾਂ ਅਸੀਂ ਜ਼ਰੂਰੀ ਸਮਝਿਆ ਇਹਨਾਂ ਕੋਲੇ ਪਹੁੰਚਣਾ ਤੇ ਅਸੀਂ ਆਪਦੇ ਦੁੱਖ ਨੂੰ ਲੈ ਕੇ ਇਹਨਾਂ ਕੋਲੇ ਆਇਆਂਗੇ। ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ 66-35 ਚ ਪਰਿਵਾਰ ਦੀ ਮਦਦ ਕੀਤੀ ਆ, ਅਸੀਂ ਜੋ ਇਹ ਸਮੂਹ ਕੇਡਰ ਦੇ ਸੰਘਰਸ਼ ਦੇ ਨਾਲ ਸੰਗਰੂਰ ਪ੍ਰੋਟੈਸਟ ਲੱਗਿਆ ਜਿਹਦੇ ਨਾਲ 2364 ਪੋਸਟਾਂ ਆਈਆਂ,
ਉਹ ਜਿਹੜੀ ਪੋਸਟ ਆ ਉਹ ਆਪਣੇ ਸੰਘਰਸ਼ ਦੇ ਬਦੌਲਤ ਆਈ ਤੇ ਅਸੀਂ ਬਾਈ ਨੂੰ ਰਿਕੁਐਸਟ ਕਰਨ ਆਏ ਸੀ ਵੀ ਬਾਈ ਹੁਣ ਜੋ ਇਹ ਪੋਸਟਾਂ ਨੇ ਗੀਆਂ ਇਹਨਾਂ ਨੂੰ ਆਪਾਂ ਨੂੰ ਹੀ ਬਚਾਉਣਾ ਪਊਗਾ, ਕਿਉਂਕਿ ਇਸ ਜਿਹੜੀਆਂ 2364 ਪੋਸਟਾਂ ਦੀ ਜਿਹੜੀ ਭਰਤੀ ਕੋਰਟ ਦੇ ਵਿੱਚ ਆ ਗਈ, ਜਿਹੜੀ ਰਿਵਿਊ ਦੇ ਸਹਾਰੇ ਖੜੀ ਹੈਗੀ, ਉਹਦੇ ਵਿੱਚ ਆਪਣਾ ਕਿੰਨਾ ਕੁ ਮਤਲਬ ਯੂਨੀਅਨ ਇੰਟਰਸਟ ਦੇ ਰਹੀ ਆ ਜਾਂ ਕਿੰਨਾ ਕੁ ਕੋਈ ਉਹਦੇ ਵਿੱਚ ਇੰਟਰਸਟ ਦੇ ਰਿਹਾ ਗਾ, ਉਸ ਦੇ ਸੰਦਰਭ ਦੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ, ਉਹਦੇ ਬਾਰੇ ਵੀ ਦੱਸਾਂਗੇ ਤੇ ਨਾਲ ਦੀ ਨਾਲ ਜਿੰਨਾ ਵੀ ਕੇਡਰ ਹੈਗਾ ਉਹਨੂੰ ਇਹ ਬੇਨਤੀ ਕਰ ਦਿਆਂਗੇ ਵੀ ਜਿਹੜਾ ਇਹ ਲਿੰਕ ਆ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਸਾਥੀ ਨੇਗੇ ਉਹਨਾਂ ਤੱਕ, ਕਿਉਂਕਿ 130 ਸਾਥੀ ਦੇਖ ਰਹੇ ਨੇ ਹਲੇ, ਤਾਂ ਰਿਕੁਐਸਟ ਆ ਵੀ ਇਸ ਲਿੰਕ ਨੂੰ ਹੋਰ ਜ਼ਿਆਦਾ ਸ਼ੇਅਰ ਕਰ ਦਿਓ। ਤੇ ਇਸ ਤੋਂ ਬਾਅਦ ਜਿਹੜੀ ਗੱਲਬਾਤ ਹੈਗੀ ਅੱਗੇ ਦਾ ਪ੍ਰੋਸੈਸ ਹੈਗਾ ਉਹ ਮੈਂ ਬਾਹਲੇ ਗੱਲਾਂ ਨਾ ਕਰਦਾ ਹੋਇਆ ਕੁਝ ਜਿਹੜੇ ਅੰਕੜੇ ਜਾਂ ਡਿਟੇਲ ਆ ਗਈ ਉਹ ਸਾਡੇ ਸਾਥੀ ਗੁਰਜੰਟ ਜੀ ਨੇ ਜਿਨ੍ਹਾਂ ਨੇ 2364 ਦਾ ਕਾਫੀ ਲੰਬਾ ਸੰਘਰਸ਼ ਲੜਿਆ ਗਾ, ਅਸੀਂ ਤਾਂ ਸਿਰਫ ਟੈਂਕੀ ਤੇ ਲੜਿਆ, ਇਹਨਾਂ ਨੇ ਮਤਲਬ ਜ਼ਮੀਨੀ ਪੱਧਰ ਤੇ ਜਿਹੜਾ ਉਹ ਸੰਘਰਸ਼ ਲੜਿਆ ਜਾਂ ਕਾਨੂੰਨੀ ਤੌਰ ਤੇ ਜਿਹੜਾ ਉਹ ਸੰਘਰਸ਼ ਲੜਿਆ ਉਹ ਮੇਰੇ ਨਾਲੋਂ ਵੱਧ ਇਹ ਜ਼ਿਆਦਾ ਦੱਸ ਸਕਦੇ ਨੇ। ਤਾਂ ਇਸ ਤੋਂ ਬਾਅਦ ਮੈਂ ਹੈਂਡਓਵਰ ਕਰੂੰਗਾ ਬਾਈ ਗੁਰਜੰਟ ਨੂੰ ਵੀ ਉਹ 2364 ਦੀ ਐਕਚੁਅਲ ਪੋਜੀਸ਼ਨ ਕੀ ਆ ਗਈ ਉਹ ਕੇਡਰ ਨੂੰ ਦੱਸਣ। ਸਤਿਕਾਰਯੋਗ ਸਾਥੀਓ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਥੀਓ, ਜਿਹੜੀ 2364 ਪੋਸਟ ਇਹ ਆਪਾਂ ਨੇ ਕਢਵਾਈ ਆ, ਤਾਂ ਇਹ ਜਿਹੜੀ ਬੈਕਲੌਗ ਦੀ ਗੱਲ ਕਰਦੇ ਆਪਾਂ, ਬੈਕਲੌਗ ਬਚਿਆ ਕਿੱਥੋਂ ਤੇ ਆਇਆ ਕਿੱਥੋਂ। ਸਾਥੀਓ, ਜਿਹੜਾ ਬੈਕਲੌਗ 2015 ਦੇ ਵਿੱਚ ਤੇ 2016 ਦੇ ਵਿੱਚ 4500 ਪਲੱਸ 2005 ਭਰਤੀ ਆਈ ਸੀ, ਉਹਦੇ ਵਿੱਚ ਆਪਣਾ ਬੈਕਲੌਗ 595 ਬਚਿਆ ਸੀਗਾ ਤੇ ਉਸ ਬੈਕਲੌਗ ਨੂੰ ਕਢਾਉਣ ਲਈ ਅਸੀਂ ਦਿਨ ਰਾਤ ਇੱਕ ਕਰਕੇ ਰੱਖੀ। ਜਿਹੜੇ ਮੇਰੇ ਐਸੀ ਭੈਣ ਭਰਾ ਹਰੇਕ ਜ਼ਿਲ੍ਹੇ ਚੋਂ, ਸਾਰੇ ਪੰਜਾਬ ਤੋਂ, ਉਹਨਾਂ ਨੇ ਬਹੁਤ ਸਹਿਯੋਗ ਨਾਲ ਦਿਨ ਰਾਤ ਕਰਕੇ ਬੈਕਲੌਗ ਕਢਾਇਆ। ਜਦ ਕਿ ਅਸੀਂ ਪਹਿਲਾਂ ਸਿੰਗਲ ਬੈਂਚ ਤੇ ਲੜੇ, ਸਿੰਗਲ ਬੈਂਚ ਤੋਂ ਫਿਰ ਅਸੀਂ ਡਬਲ ਬੈਂਚ ਤੇ ਲੜੇ, ਉਸ ਤੋਂ ਬਾਅਦ ਫਿਰ ਵੀ ਹਾਈ ਕੋਰਟ ਦੇ ਵਿੱਚ ਕੋਈ ਸਾਡੀ ਕਿਸੇ ਨੇ ਬਾਹ ਨਹੀਂ ਫੜੀ, ਸਰਕਾਰ ਨੇ ਵੀ ਨਹੀਂ ਫੜੀ ਤੇ ਸਾਨੂੰ ਹਾਈ ਕੋਰਟ ਨੇ ਵੀ ਰਾਹ ਨਹੀਂ ਦਿੱਤਾ। ਉਸ ਤੋਂ ਉਪਰੰਤ ਅਸੀਂ ਆਪਣਾ ਐਸਸੀ ਕਮਿਸ਼ਨਰ ਦੇ ਲੜੇ। ਜਦੋਂ ਐਸਸੀ ਕਮਿਸ਼ਨਰ ਦੇ ਲੜੇ, ਉਸ ਤੋਂ ਬਾਅਦ ਐਸਸੀ ਕਮਿਸ਼ਨਰ ਤੋਂ ਲੜਦੇ ਅਸੀਂ ਵੈਲਫੇਅਰ ਡਾਇਰੈਕਟਰ ਦੇ ਲੜੇ। ਜਦੋਂ ਐਸਸੀ ਕਮਿਸ਼ਨਰ ਨੇ ਆਰਡਰ ਕੀਤੇ ਹਾਈ ਕੋਰਟ ਨੂੰ ਵਿੱਚ ਬੁਲਾ ਕੇ, ਮਤਲਬ ਆਪਣੇ ਵੀ ਇਹ ਤੁਸੀਂ ਇਸ਼ਤਿਹਾਰ ਜਾਰੀ ਕਰੋ, ਤਾਂ ਸਾਨੂੰ ਟਾਈਮ ਦਿੱਤਾ ਗਿਆ 4 ਮਹੀਨਿਆਂ ਦਾ। ਉਸ 4 ਮਹੀਨਿਆਂ ਤੋਂ ਬਾਅਦ ਸਾਥੀਓ, ਜਦੋਂ ਮਤਲਬ 4 ਮਹੀਨੇ ਲੰਘ ਚੁੱਕੇ, ਉਸ ਤੋਂ ਬਾਅਦ ਅਸੀਂ ਫਿਰ ਹਾਈ ਕੋਰਟ ਦੇ ਵਿੱਚ ਫਿਰ ਕੰਟੈਂਪਟ ਪਾਈ। ਜਦੋਂ ਕੰਟੈਂਪਟ ਪਾਈ, ਫਿਰ ਸਰਕਾਰ ਨੂੰ ਹੋ ਗਿਆ ਵੀ ਅਸੀਂ ਇਹ ਭਰਤੀ ਦੇਣੀ ਪੈਣੀ ਆ। ਜਦੋਂ ਉਹ ਭਰਤੀ ਦੇਣ ਲੱਗੇ ਤਾਂ ਕੁਛ ਆਪਣਾ 79 ਪੋਸਟਾਂ ਹੋਰ ਬਚੀਆਂ ਸੀ 161 ਚੋਂ, ਉਹ ਜੋੜ ਕੇ 595 'ਚ 664 ਪੋਸਟਾਂ ਬਣਾਤੀਆਂ। ਤਾਂ ਫਿਰ ਆਪਾਂ ਨੂੰ ਫਿਰ ਇਸ਼ਤਿਹਾਰ ਦੇਣ ਦੀ ਉਹਨਾਂ ਨੂੰ ਮਜਬੂਰ ਕੀਤਾ ਗਿਆ। ਤਾਂ ਜਿਸ ਟਾਈਮ ਇਸ਼ਤਿਹਾਰ ਦਿੱਤਾ ਤਾਂ 1664 ਦਾ, ਤੇ ਫਿਰ ਆਪਣੇ ਸਾਰੀ ਸਟੇਟ ਕਮੇਟੀ ਕਹਿਣ ਲੱਗੀ ਵੀ ਇਹ ਭਰਤੀ ਬਹੁਤ ਘੱਟ ਆ। ਉਸ ਤੋਂ ਬਾਅਦ ਫਿਰ ਨਹਿਰਾਂ ਛਾਲਾਂ ਮਾਰੀਆਂ, ਤਾਂ ਫਿਰ ਸਾਨੂੰ ਮੀਟਿੰਗ ਮਿਲੀ ਪ੍ਰਮੁੱਖ ਸਕੱਤਰ ਨਾਲ, ਕੈਪਟਨ ਮਨਿੰਦਰ ਸਿੰਘ, ਤੇ ਉਸਨੇ ਫਿਰ ਆਪਾਂ ਨੂੰ 700 ਭਰਤੀ ਫਿਰ ਮਤਲਬ ਕਹਿੰਦਾ ਵੀ ਇਹ 700 ਭਰਤੀ ਦਾ ਵਾਅਦਾ ਕਰ ਦਿੰਦੇ ਅਸੀਂ। ਤਾਂ ਅਸੀਂ 700 ਭਰਤੀ ਦਾ ਵਾਅਦਾ ਕਰਵਾ ਕੇ ਇਹ ਪੋਸਟਾਂ 2364 ਬਣ ਗਈਆਂ। ਜਿਸ ਟਾਈਮ 2364 ਪੋਸਟਾਂ ਆ ਗਈਆਂ ਤਾਂ ਫਿਰ ਕਰੋਨਾ ਦੀ ਮਹਾਮਾਰੀ ਕਾਰਨ ਇਹ ਜਦੋਂ ਇਸ਼ਤਿਹਾਰ ਦਿੱਤਾ ਗਿਆ, ਤੁਹਾਨੂੰ ਪਤੀ ਆ ਦੋਸਤੋ, ਦੱਸਣ ਦੀ ਕੋਈ ਜ਼ਿਆਦਾ ਲੋੜ ਨਹੀਂ। ਜਦੋਂ ਇਸ਼ਤਿਹਾਰ ਦਿੱਤਾ ਗਿਆ ਤਾਂ ਫਿਰ ਗੱਲ ਚੱਲੀ ਵੀ ਪੇਪਰ, ਵੀ ਸੈਕਿੰਡ ਪੇਪਰ ਲਿਆ ਜਾਊਗਾ। ਤਾਂ ਅਸੀਂ ਕੀ ਕੀਤਾ ਦੋਸਤੋ, ਸੈਕਿੰਡ ਪੇਪਰ ਰੋਕਣ ਲਈ ਸਟੇਟ ਕਮੇਟੀ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ, ਪਲੱਸ ਐਸਸੀ ਕਮਿਸ਼ਨ ਆਪਣੇ ਐਸਸੀ ਭਾਈਚਾਰੇ ਨੇ ਵੀ ਇੰਨਾ ਕੁ ਸਹਿਯੋਗ ਦਿੱਤਾ। ਅਸੀਂ 3 ਲੱਖ ਰੁਪਇਆ ਭਰ ਕੇ ਹਾਈ ਕੋਰਟ ਦੇ ਵਿੱਚ ਵਕੀਲ ਕਰਕੇ ਵੀ ਇਹ ਪੇਪਰ ਨਹੀਂ ਲੈਣ ਦੇਣਾ। 29/11/2020 ਨੂੰ ਪੇਪਰ ਸੀ, 23/11/2020 ਨੂੰ ਅਸੀਂ 3 ਲੱਖ ਰੁਪਏ ਦਾ ਵਕੀਲ ਕਰਕੇ ਮਤਲਬ ਵੀ ਇਹਨੂੰ ਆਪਾਂ ਪੇਪਰ ਨਹੀਂ ਲੈਣ ਦੇਵਾਂਗੇ। ਤਾਂ ਉਹ 26/11/2020 ਨੂੰ ਇਹ ਡਿਸਮਿਸ ਹੋ ਗਿਆ ਸੀ ਕੇਸ। ਉਹ ਐ ਕਿਹਾ ਵੀ ਜੋ ਸਰਕਾਰ, ਕੇਸ ਦੀ ਡਾਇਰੈਕਸ਼ਨ ਇਹ ਸੀ ਵੀ ਜੋ ਸਰਕਾਰ ਫੈਸਲਾ ਦੇਊਗੀ ਉਸ ਮਤਲਬ ਕੋਰਟ ਨੂੰ ਮਨਜ਼ੂਰ ਹੋਊਗਾ ਤੇ ਤੁਹਾਨੂੰ ਵੀ ਮਨਜ਼ੂਰ ਕਰਨਾ ਪਊਗਾ। ਤਾਂ ਦੋਸਤੋ 29/11/2020 ਨੂੰ ਸਾਡਾ ਪੇਪਰ ਹੋਇਆ। ਪੇਪਰ ਤੋਂ ਬਾਅਦ ਜਿਸ ਟਾਈਮ ਸਾਡਾ ਰਿਜ਼ਲਟ ਆਇਆ, ਉਸ ਟਾਈਮ ਤਾਂ ਆਪਣੇ ਜੈਦੀਪ ਦਲਜੀਤ ਕੌਰ ਦੇ ਘਰ ਵਾਲੇ ਨੇ ਸਟੇ ਲੈ ਲਈ
5 ਨੰਬਰਾਂ ਤੇ ਉਹਨੇ ਜਦੋਂ ਸਟੇ ਲਈ, ਉਹ ਸਟੇ ਵੀ ਅਸੀਂ ਬਹੁਤ ਜ਼ੋਰ ਨਾਲ ਵੈਕੈਂਟ ਕੀਤੀ। ਤਾਂ ਤੁਹਾਨੂੰ ਪਤੀ ਆ ਚਲਦੀ ਭਰਤੀ ਲਟਕਦੀ ਇਹ ਭਰਤੀ ਜੱਜ ਸਾਹਿਬਾਨ ਨੇ ਸਟਕ ਆਫ ਕਰ ਦਿੱਤੀ। ਤਾਂ ਦੋਸਤੋ ਜਦੋਂ ਸਟਕ ਆਫ ਹੋਈ ਤਾਂ ਉਸ ਤੋਂ ਬਾਅਦ ਅਸੀਂ ਫਿਰ ਵੀ ਐਲਪੀਏ ਤੇ ਗਏ। ਐਲਪੀਏ ਤੋਂ ਬਾਅਦ ਹੁਣ ਰਿਵਿਊ ਤੇ ਆ, ਜਦ ਕਿ ਇਹਦੇ ਵਿੱਚ ਸਾਡੀਆਂ ਕੁੱਲ ਪੋਸਟਾਂ 1300 ਦੇ ਲਵੇ ਬਣ ਜਾਣਗੀਆਂ। ਸਾਥੀਓ 1300 ਪੋਸਟ ਤੁਸੀਂ ਐਂ ਹਿਸਾਬ ਲਾ ਲਓ, ਜਦੋਂ ਅਸੀਂ ਨਵੀਂ ਪੋਸਟ ਕਢਾਉਣ ਦੀ ਗੱਲ ਕਰਾਂਗੇ ਤਾਂ 1300 ਪੋਸਟ ਕਿੰਨੀਆਂ ਪੋਸਟਾਂ ਕਢਵਾ ਕੇ ਸਾਡੀ ਪੋਸਟ ਬਣੂਗੀ। ਇਸ ਕਰਕੇ ਮੈਂ ਸਾਥੀਓ ਬੇਨਤੀ ਕਰਦਾ ਵੀ ਜਿਹੜਾ ਆਪਣਾ ਬੈਕਲੌਗ ਆ ਇਹਨੂੰ ਆਪਾਂ ਬਚਾਈਏ, ਸਾਰੇ ਇਕੱਠੇ ਹੋ ਕੇ ਬਚਾਈਏ। ਤੇ ਆਪਣੇ ਜਿਹੜੇ ਦੂਜੀਆਂ ਭਰਤੀਆਂ ਨੇ ਜਿਵੇਂ 66-35 ਆ ਉਹ ਵੀ ਕੰਪਲੀਟ ਹੋਵੇ, ਸਾਡੇ ਭਰਾਓ ਲੱਗਣ ਤੇ ਲੋ ਮੈਰਿਟ ਵਾਲੇ 23-64 ਦੇ ਵਿੱਚ ਆਉਣ। ਧੰਨਵਾਦ ਸਾਥੀਓ। ਇਹ ਸੀ ਸਾਥੀਆਂ ਦੇ ਵਿਚਾਰ। ਤੇ ਕੁਝ ਸਾਥੀ ਜਿਹੜੇ ਹੈਗੇ ਉਹ ਕਮੈਂਟ ਕਰ ਰਹੇ ਨੇ ਕਿਸ ਤਰ੍ਹਾਂ ਦੇ, ਤਾਂ ਉਹਦੇ ਜਿਹੜੀ ਗੱਲ ਅਸੀਂ ਸਾਰਿਆਂ ਨੂੰ ਸਾਫ਼ ਔਰ ਕਲੀਅਰ ਕਰ ਦਈਏ ਵੀ ਜੋ ਵੀ ਕੋਈ ਜਿਹੜਾ ਕਹਿ ਰਿਹਾ ਹੈਗਾ ਵੀ ਅਸੀਂ 66-35 ਦੇ ਅਗੇਂਸਟ ਆਂਗੇ ਜਾਂ ਉਹਨੂੰ ਅਸੀਂ ਪੂਰੀ ਕਰਾਉਣ ਦੇ ਹੱਕ ਵਿੱਚ ਨਹੀਂ, ਇਹ ਅਸੀਂ ਟੋਟਲੀ ਗੱਲ ਕਲੀਅਰ ਕਰ ਦਈਏ ਸਾਰਿਆਂ ਨੂੰ ਵੀ ਅਸੀਂ ਬਿਲਕੁਲ ਇਸ ਗੱਲ ਤੇ ਖੜਿਆ ਵੀ 66-35 ਪਹਿਲਾਂ ਪੂਰੀ ਹੋਵੇ ਤਾਂ ਜੋ ਜਿਹੜੀ 2364 ਆ ਗਈ ਉਹਦੀ ਮੈਰਿਟ ਹੋਰ ਵੀ ਥੱਲੇ ਜਾਵੇ, ਜਿਹਦੇ ਵਿੱਚ ਆਪਣੇ ਹੋਰ ਸਾਥੀ ਵੱਧ ਤੋਂ ਵੱਧ ਐਡਜਸਟ ਹੋ ਸਕਣ। ਇਸ ਕਰਕੇ ਵੀ ਕੋਈ ਵੀ ਸਾਥੀ ਇਹੋ ਜਿਹਾ ਕਮੈਂਟ ਪਲੀਜ਼ ਕੋਈ ਨਾ ਕਰੋ ਵੀ ਅਸੀਂ ਕੋਈ 66-35 ਰੋਲਣ ਦੇ ਉਹਦੇ 'ਚ ਅਸਲ ਅਸੀਂ 66-35 ਰੋਲਣ ਦੇ ਨਹੀਂ, ਅਸੀਂ ਦੋਏ ਭਰਤੀਆਂ ਬਚਾਉਣ ਦੇ ਲਈ ਇੱਥੇ ਇਕੱਠੇ ਹੋਇਆਂਗੇ। ਸਾਡਾ ਕੋਈ ਇਰਾਦਾ ਨਹੀਂ ਹੈਗਾ, ਅਸੀਂ ਕੋਈ ਇਹੋ ਜਿਹੀ ਨੀਅਤ ਨਹੀਂ ਰੱਖਦੇ। ਕੋਈ ਵੀ ਬੰਦਾ ਜਿੰਨੇ ਅਸੀਂ ਉਰੇ ਬੈਠੇ ਆ, ਕੋਈ ਵੀ ਬੰਦਾ ਇੱਕ ਵੀ ਬੰਦੇ ਤੇ ਇਹ ਬਲੇਮ ਕਰਦੇ ਜਾਂ ਸਾਬਤ ਕਰਦੇ ਵੀ ਸਾਡਾ ਕੋਈ ਕੋਰਟ ਦੇ ਵਿੱਚ ਜਾਂ ਸਾਡਾ ਕੋਈ ਦੂਸਰੇ ਤੌਰ ਤੇ ਜਿਨ੍ਹਾਂ ਨੇ ਕੇਸ ਲਾਇਆ ਜਾਂ ਜਿਹੜੇ ਕੇਸ ਲਵਾਉਣ ਦੇ ਵਿੱਚ ਇਨਵੋਲਵ ਨੇਗੇ ਉਹਨਾਂ ਨਾਲ ਸਾਡਾ ਕੋਈ ਰਾਬਤਾ ਹੈਗਾ, ਤਾਂ ਜੁੱਤੀਆਂ ਤੁਹਾਡੀਆਂ ਸਿਰ ਸਾਡਾ ਹੋਊਗਾ। ਇਹ ਅਸੀਂ ਲਾਈਵ ਸੈਸ਼ਨ ਦੇ ਵਿੱਚ ਕਹਿ ਰਹੇ ਹਾਂ। ਇਸ ਕਰਕੇ ਜਿਹੜੇ ਸਾਥੀ ਕਮੈਂਟ ਕਰ ਰਹੇ ਨੇ ਵੀ ਅਸੀਂ 66-35 ਰੋਲਣ ਦੇ ਚੱਕਰ ਦੇ ਵਿੱਚ ਇੱਥੇ ਇਕੱਠੇ ਹੋਏ ਆ, ਬਿਲਕੁਲ ਗਲਤ ਗੱਲ ਆ ਉਹ, ਔਰ ਬਿਲਕੁਲ ਅਸੀਂ ਉਸ ਗੱਲ ਦਾ ਫੇਵਰ ਨਹੀਂ ਕਰਦੇ। ਅਸੀਂ ਆਪ ਚਾਹੁੰਦੇ ਆ ਵੀ ਜਿਹੜੀ 66-35 ਆ ਉਹ ਪੂਰੀ ਹੋਵੇ, ਪਰ ਸਾਡਾ ਨੁਕਸਾਨ ਆ ਸਾਡਾ ਜਿਹੜਾ ਲਾਸ ਆ ਉਹ ਵੱਧ ਜਿਹੜਾ ਹੈਗਾ ਉਹ 23-64 ਦੇ ਵਿੱਚ ਹੋ ਰਿਹਾ, ਕਿਉਂਕਿ ਸਾਡਾ ਜਿਹੜਾ ਐਸਸੀ ਕਮਿਊਨਿਟੀ ਦਾ ਕੇਡਰ ਹੈਗਾ ਉਹ 23-64 ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਸੈੱਟ ਹੋ ਸਕਦਾ ਜੇ ਆਪਾਂ ਥੋੜੀ ਜਿਹੀ ਹਿੰਮਤ ਕਰੀਏ। ਤਾਂ ਗੱਲ ਸਿਰਫ ਬਰੀਕੀ ਇਹ ਸਮਝਣ ਵਾਲੀ ਆ, ਉਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਵੀ ਐਸਸੀ ਕਮਿਊਨਿਟੀ ਨੂੰ ਫਾਇਦਾ ਹੋਊਗਾ, ਉਹਦੇ ਨਾਲ ਬੀਸੀ ਨੂੰ ਵੀ ਫਾਇਦਾ ਹੋਊਗਾ, ਉਹਦੇ ਨਾਲ ਜਰਨਲ ਨੂੰ ਵੀ ਫਾਇਦਾ ਹੋਊਗਾ। ਕਿਉਂਕਿ ਜਿੰਨੀ ਵੀ ਜ਼ਿਆਦਾ ਅਸੀਂ ਉਧਰ ਜਾਂ 23-64 'ਚ ਜਾਂ ਬੰਦੇ ਐਸਸੀ ਜ਼ਿਆਦਾ ਸੈੱਟ ਹੋਣਗੇ ਜਾਂ 66-35 'ਚ ਹੋਣਗੇ, ਉਨੀ ਦੂਜੀ ਭਰਤੀ ਦੀ ਜਿਹੜੀ ਮੈਰਿਟ ਆ ਗਈ ਉਹ ਲੋ ਜਾਊਗੀ। ਉਹਦੇ ਵਿੱਚ ਜਰਨਲ, ਬੀਸੀ, ਐਸਸੀ ਓਪਨ ਦੀ ਮੈਰਿਟ ਆ ਜਿਹੜੀ ਉਹਦੇ ਸਾਰਿਆਂ ਦੇ ਡਾਊਨ ਹੋਣ ਦੇ ਚਾਂਸ ਨੇਗੇ। ਸੋ ਸਾਥੀਓ ਇਸ ਜਿਹੜੇ ਲੋਕ ਗੁੰਮਰਾਹ ਕਰ ਰਹੇ ਨੇ ਜਾਂ ਜਿਹੜੇ ਲੋਕ ਕਿਸੇ ਦੇ ਕਹਿਣ ਤੇ ਕੋਈ ਇਹੋ ਜਿਹੇ ਕਮੈਂਟ ਕਰ ਰਹੇ ਨੇਗੇ, ਉਹਨਾਂ ਨੂੰ ਖਾਸ ਕਰਕੇ ਬੇਨਤੀ ਆ